Hello students, so welcome back. Problem on trains part 2 ਦੇ ਵਿੱਚ ਸੋ ਆਪਾਂ ਲਾਸਟ ਪਾਰਟ ਦੇ ਵਿੱਚ ਕੀਤਾ ਸੀਗਾ ਕਿ ਸਪੀਡ ਟਾਈਮ ਡਿਸਟੈਂਸ ਦੇ ਵਿੱਚ ਡਿਫਰੈਂਸ ਤੇ ਉਹਨਾਂ ਦਾ ਰਿਲੇਸ਼ਨ ਕੀ ਹੁੰਦਾ ਹੈਗਾ। ਦੈਨ ਆਪਾਂ ਨੇ ਕੁਝ ਬੇਸਿਕਸ ਕੀਤੇ ਸੀਗੇ, ਦੈਨ ਆਪਾਂ ਨੇ ਦੇਖੇ ਸੀਗੇ ਕੁਝ ਸਿਨੈਰੀਓਜ਼ ਕਿ ਆਪਾਂ ਕਿਵੇਂ ਸੋਲਵ ਕਰ ਸਕਦੇ ਹੈਗੇ ਆ। ਕੁਝ ਕੁਐਸਚਨਸ ਆਪਾਂ ਕੀਤੇ ਸੀਗੇ ਉਨ ਸਿਨੈਰੀਓਜ਼ ਦੇ ਉੱਤੇ ਬੇਸਡ। ਸੋ ਆਪਾਂ ਅੱਜ ਜਿਹੜਾ ਕਨਸੈਪਟ ਸਟਾਰਟ ਕਰਨਾ ਹੈਗਾ, ਕੰਟੀਨਿਊ ਕਰਨਾ ਹੈਗਾ, ਉਹ ਕਨਸੈਪਟ ਹੈਗਾ ਰਿਲੇਟਿਵ ਸਪੀਡ। ਬਹੁਤ ਸਾਰੇ ਸਟੂਡੈਂਟਸ ਨੂੰ ਪਤਾ ਵੀ ਹੋਏਗਾ ਬਿਕੋਜ਼ ਸਾਇੰਸ ਦਾ ਇੱਕ ਬਹੁਤ ਹੀ ਬੇਸਿਕ ਜਿਹਾ ਕਨਸੈਪਟ ਹੈਗਾ ਰਿਲੇਟਿਵ ਸਪੀਡ। ਜਦੋਂ ਦੋ ਚੀਜ਼ਾਂ ਮੂਵ ਕਰਦੀਆਂ ਨੇ ਉਹ ਸੇਮ ਡਾਇਰੈਕਸ਼ਨ 'ਚ ਮੂਵ ਕਰਨ ਜਾਂ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਨ, ਰਿਲੇਟਿਵ ਸਪੀਡ ਦਾ ਕਨਸੈਪਟ ਉਦੋਂ ਆਉਂਦਾ ਹੈਗਾ ਜਦੋਂ ਦੋ ਆਬਜੈਕਟਸ ਆਪਣੇ ਸੇਮ ਡਾਇਰੈਕਸ਼ਨ 'ਚ ਮੂਵ ਕਰ ਰਹੇ ਨੇ। ਸੋ ਉਹਨਾਂ ਦੀ ਰਿਲੇਟਿਵ ਸਪੀਡ ਹੋ ਜਾਂਦੀ ਹੈਗੀ ਹੈ ਮਾਈਨਸ। ਜ਼ਿਆਦਾ ਵਾਲੇ ਦੇ ਵਿੱਚੋਂ ਘੱਟ ਵਾਲਾ ਮਾਈਨਸ ਕਰ ਦੋ, V1 ਦੇ ਵਿੱਚੋਂ V2 ਮਾਈਨਸ ਕਰ ਦੋ। ਸੋ ਉਹਨੂੰ ਆਪਾਂ ਕਹਿੰਦੇ ਹੈਗੇ ਆ ਰਿਲੇਟਿਵ ਸਪੀਡ। ਹੁਣ ਰਿਲੇਟਿਵ ਸਪੀਡ ਦਾ ਮਤਲਬ ਕੀ ਹੁੰਦਾ ਹੈ? ਮਤਲਬ ਇਹ ਹੁੰਦਾ ਹੈ ਕਿ ਮੈਂ ਇੱਕ ਕਾਰ 'ਚ ਬੈਠਾ ਜਾ ਰਿਹਾ ਤੇ ਮੇਰੇ ਕੋਲੋਂ ਇੱਕ ਦੂਸਰੀ ਕਾਰ ਲੰਘਦੀ ਹੈ ਮੈਨੂੰ ਓਵਰਟੇਕ ਕਰਦੇ ਹੋਏ। ਅਗਰ ਮੈਂ 80 ਦੀ ਸਪੀਡ ਤੇ ਜਾ ਰਿਹਾ ਤਾਂ ਉਸ ਕਾਰ ਦੀ ਸਪੀਡ 80 ਤੋਂ ਵੱਧ ਹੋਏਗੀ ਤਾਂ ਹੀ ਉਹ ਮੈਨੂੰ ਕ੍ਰਾਸ ਕਰੇਗੀ। ਹੁਣ ਸਪੋਜ਼ ਕਿ ਉਹ 100 ਦੀ ਸਪੀਡ ਤੇ ਮੈਨੂੰ ਕ੍ਰਾਸ ਕਰਦੀ ਹੈ, ਬਟ ਮੈਂ ਵੀ 80 ਤੇ ਜਾ ਰਿਹਾ ਔਰ ਉਹ 100 ਤੇ ਜਾ ਰਹੀ ਹੈ, ਤਾਂ ਮੈਨੂੰ ਆਪਣੀ ਕਾਰ ਦੇ ਵਿੱਚੋਂ ਬੈਠ ਕੇ ਉਸ ਕਾਰ ਦੀ ਸਪੀਡ ਕਿੰਨੀ ਲੱਗੇਗੀ? 100 ਮਾਈਨਸ 80, ਇਹਦਾ ਮਤਲਬ 20। ਮੇਰੇ ਲਈ ਜੋ ਕਿ ਮੈਂ ਕਾਰ ਦੇ ਅੰਦਰ ਬੈਠਾ ਹੈਗਾ ਉਸ ਦੂਜੀ ਕਾਰ ਦੀ ਸਪੀਡ ਕਿੰਨੀ ਹੈਗੀ ਹੈ? 20 ਮੀਟਰ ਪਰ ਸੈਕਿੰਡ ਜਾਂ 20 ਕਿਲੋਮੀਟਰ ਪਰ ਆਵਰ, ਜੋ ਵੀ ਸਾਡੀ ਸਪੀਡ ਦੀ ਯੂਨਿਟ ਹੈ। ਸੋ ਇਹਨੂੰ ਕਹਿੰਦੇ ਆ ਰਿਲੇਟਿਵ ਸਪੀਡ। ਮੇਰੇ ਰਿਲੇਟਿਵ ਉਹਦੀ ਸਪੀਡ ਕਿੰਨੀ ਹੈਗੀ ਹੈ? ਵੈਸੇ ਉਹ 100 ਤੇ ਜਾ ਰਹੀ ਹੈ ਪਰ ਮੇਰੇ ਰੈਫਰੈਂਸ ਦੇ ਵਿੱਚ ਜਿੱਥੋਂ ਮੈਂ ਉਹਨੂੰ ਦੇਖ ਰਿਹਾ, ਮੇਰੇ ਰੈਫਰੈਂਸ ਉਹਦੀ ਸਪੀਡ ਹੈ 20। ਇਹਨੂੰ ਆਪਾਂ ਰਿਲੇਟਿਵ ਸਪੀਡ ਕਨਸੈਪਟ ਕਹਿੰਦੇ ਆ। ਹੁਣ ਅਗਰ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਜਾਂਦੀ ਹੈ, ਉਹੀ ਸਿਨੈਰੀਓ ਲਓ ਕਿ ਮੈਂ 80 ਦੀ ਸਪੀਡ ਤੇ ਜਾ ਰਿਹਾ, ਇੱਕ ਦੂਜੀ ਕਾਰ ਸਾਹਮਣੋਂ ਦੀ ਲੰਘਦੀ ਹੈ 100 ਦੀ ਸਪੀਡ ਤੇ ਪੁੱਠੀ ਡਾਇਰੈਕਸ਼ਨ ਦੇ ਵਿੱਚ। ਸੋ ਮੈਨੂੰ ਉਹਦੀ ਸਪੀਡ ਕਿੰਨੀ ਲੱਗੇਗੀ? 100 ਜਮਾ 80, 180 ਦੀ ਸਪੀਡ ਤੇ ਜਾ ਰਹੀ ਹੈ। ਆਪਾਂ ਨੇ ਇਹ ਚੀਜ਼ ਨਾਰਮਲੀ ਰੀਅਲਾਈਜ਼ ਵੀ ਕੀਤੀ ਹੋਏਗੀ ਆਪਣੀ ਜਨਰਲ ਲਾਈਫ ਦੇ ਵਿੱਚ। ਜਦੋਂ ਆਪਾਂ ਇਸ ਡਾਇਰੈਕਸ਼ਨ 'ਚ ਜਾ ਰਹੇ ਹਾਂ ਤੇ ਉਧਰੋਂ ਕੋਈ ਚੀਜ਼ ਆਂਦੀ ਹੈਗੀ ਹੈ ਤਾਂ ਉਹ ਬਹੁਤ ਹੀ ਤੇਜ਼ੀ ਨਾਲ ਲੰਘਦੀ ਹੈਗੀ ਹੈ। ਲੇਕਿਨ ਅਗਰ ਸੇਮ ਡਾਇਰੈਕਸ਼ਨ 'ਚ ਜਾ ਰਹੇ ਹਾਂ ਤਾਂ ਕੋਈ ਓਵਰਟੇਕ ਕਰਦਾ ਹੈਗਾ ਤਾਂ ਆਪਾਂ ਨੂੰ ਉਹਨਾਂ ਤੇਜ਼ ਨਹੀਂ ਲੱਗਦਾ, ਉਹਦਾ ਡਿਫਰੈਂਸ ਘੱਟ ਹੋ ਜਾਂਦਾ ਹੈ। ਸੋ ਆਪਾਂ ਨੇ ਕੀ ਯਾਦ ਰੱਖਣਾ ਹੈਗਾ? ਅਗਰ ਦੋ ਚੀਜ਼ਾਂ ਸੇਮ ਡਾਇਰੈਕਸ਼ਨ 'ਚ ਮੂਵ ਹੋ ਰਹੀਆਂ ਨੇ, ਰਿਲੇਟਿਵ ਸਪੀਡ ਮਾਈਨਸ 'ਚ ਲੈਣੀ ਹੈ। ਅਗਰ ਦੋ ਚੀਜ਼ਾਂ, ਦੋ ਆਬਜੈਕਟਸ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਹੋ ਰਹੇ ਨੇ ਤਾਂ ਉਹਦੇ ਵਿੱਚ ਆਪਾਂ ਸਪੀਡ ਪਲੱਸ ਲੈਣੀ ਹੈ। ਠੀਕ ਹੈ ਜੀ। ਹੁਣ ਇਹ ਕਨਸੈਪਟ ਜਿਹੜਾ ਹੈਗਾ ਟ੍ਰੇਨਸ ਦੇ ਕੇਸ ਦੇ ਵਿੱਚ ਆਪਾਂ ਨੇ ਯੂਜ਼ ਕਰਨਾ ਹੈਗਾ। ਆਪਾਂ ਫੇਰ ਆਪਣੇ ਸਿਨੈਰੀਓਜ਼ ਤੇ ਆਉਂਦੇ ਆ। ਆਪਾਂ ਲਾਸਟ ਵੀਡੀਓ ਦੇ ਵਿੱਚ ਦੋ ਸਿਨੈਰੀਓਜ਼ ਕਵਰ ਕੀਤੇ ਸੀਗੇ, ਹੁਣ ਆਪਾਂ ਥਰਡ ਤੇ ਫੋਰਥ ਸਿਨੈਰੀਓ ਕਵਰ ਕਰਦੇ ਆ। ਇਹਦੇ ਵਿੱਚ 5 ਸਿਨੈਰੀਓਜ਼ ਲਿਖੇ ਹੋਏ ਆ ਬਟ ਐਕਚੁਅਲੀ ਇਹ 4 ਸਿਨੈਰੀਓਜ਼ ਨਾਲ ਹੀ ਆਪਣਾ ਕੰਮ ਚੱਲ ਜਾਂਦਾ ਹੈ। ਸੋ ਥਰਡ ਸਿਨੈਰੀਓ ਕੀ ਕਹਿੰਦਾ ਹੈਗਾ? ਥਰਡ ਸਿਨੈਰੀਓ ਕਹਿੰਦਾ ਹੈਗਾ ਕਿ ਆਬਜੈਕਟ ਇਜ਼ ਮੂਵਿੰਗ। ਹੁਣ ਇੱਥੇ ਜਿੱਥੇ ਵੀ ਆਬਜੈਕਟ ਦੀ ਗੱਲ ਹੋ ਰਹੀ ਹੈ ਉਹ ਕਿਹੜੇ ਆਬਜੈਕਟ ਦੀ ਹੋ ਰਹੀ ਹੈ? ਟ੍ਰੇਨ ਤੋਂ ਇਲਾਵਾ ਜਿਹੜਾ ਦੂਜਾ ਆਬਜੈਕਟ ਹੈਗਾ। ਇੱਕ ਤਾਂ ਟ੍ਰੇਨ ਹੈ ਤੇ ਜਿਹੜਾ ਦੂਸਰਾ ਆਬਜੈਕਟ ਹੈਗਾ। ਹੁਣ object is moving and is of negligible length। ਇਹਦਾ ਮਤਲਬ ਕੀ ਹੈਗਾ ਕਿ ਟ੍ਰੇਨ ਤਾਂ ਚੱਲ ਹੀ ਰਹੀ ਹੈ ਆਪਣੀ, ਟ੍ਰੇਨ ਦੇ ਨਾਲ ਜਿਹੜਾ ਦੂਸਰਾ ਆਬਜੈਕਟ ਹੈਗਾ ਉਹ ਵੀ ਚੱਲ ਰਿਹਾ। ਹੁਣ ਪਹਿਲੇ ਦੋਨੋਂ ਕੇਸਿਸ 'ਚ ਉਹ ਕੀ ਸੀਗਾ? ਸਟੇਸ਼ਨਰੀ। ਹੁਣ ਉਹ ਵੀ ਚੱਲ ਰਿਹਾ ਹੈਗਾ, ਆਬਜੈਕਟ ਵੀ ਚੱਲ ਰਿਹਾ, ਲੇਕਿਨ ਆਬਜੈਕਟ ਦੀ ਆਪਣੀ ਲੈਂਥ ਨਹੀਂ ਹੈ। ਸੇਮ ਉਹੀ ਗੱਲ ਜੋ ਆਪਾਂ ਪਹਿਲੇ ਉਹਦੇ 'ਚ ਕੀਤੀ ਸੀਗੀ ਕਿ ਆਬਜੈਕਟ ਦੀ ਹੌਰੀਜ਼ੌਂਟਲ ਲੈਂਥ नेग्लिजिबल है एज कंपेयर टू ट्रेन। ट्रेन बहुत लंबी है, नाल कार जा रही है तो कार की वैसे तो लेंथ होंगी है बट एज कंपेयर टू ट्रेन आपां ओदी लेंथ नेग्लिजिबल ले सकते हैं। कोई बंदा भज रहा हैगा सो ओनू भी आपां नेग्लिजिबल ले सकते हैं। सो इस केस च की होएगा? इस केस दे विच फार्मूला तो वही है, टाइम इज इक्वल टू डिस्टेंस अपॉन स्पीड। डिस्टेंस ट्रेन की लेंथ आ गई ओके, बट स्पीड की होएगी? स्पीड होएगी ट्रेन ते ऑब्जेक्ट दी स्पीड दा रिलेटिव स्पीड। हुण अगर तां जेडी ट्रेन हैगी है वो
ऑब्जेक्ट दे नाल ही जा रही है, ऑब्जेक्ट वाल ही जा रही है, तो इत्थे आ जाएगा नीचे अपना स्पीड ऑफ ट्रेन माइनस स्पीड ऑफ ऑब्जेक्ट, क्योंकि अपन रिलेटिव स्पीड पढ़िया कि वो माइनस हो जाएगी। बट अगर ट्रेन इस डायरेक्शन च जा रही है और ऑब्जेक्ट इस डायरेक्शन जा रहा हैगा, तो इत्थे नीचे आ जाएगा स्पीड ऑफ ट्रेन प्लस स्पीड ऑफ ऑब्जेक्ट, तो वो ऐड हो जाएगी। ठीक है जी। फोर्थ कंसेप्ट ते आपां चलदे हां। फोर्थ अपना जिहड़ा सिनेरियो हैगा वो की कहंदा हैगा, वो कहंदा हैगा कि ऑब्जेक्ट जिहड़ा हैगा वो मूव कर रहा है एंड ओदी भी कुछ लेंथ हैगी, ओदी भी कुछ लंबाई हैगी है, ऑब्जेक्ट दी खुद दी भी लंबाई हैगी है। हुण इहदा इक्को केस बनदा हैगा अपना, वो ये बनदा है कि दो ट्रेन्स चल रही ने, एक तो अपनी ट्रेन चल रही हैगी है, एक जिहड़ा दूसरे आपां ऑब्जेक्ट दी गल कर रहे हैं वो ऑब्जेक्ट भी एक ट्रेन है। ठीक है जी। सो इस केस की होएगा जेडी ट्रेन दियां लेंथ्स ने वो ऐड हो जाएंगियां। मैं लास्ट वीडियो च भी आपां कहा सीगा कि जो ट्रेन दियां या ऑब्जेक्ट दी लेंथ हैगी है वो हमेशा ऐड होएगी, वो कदे भी सबट्रैक्ट नहीं होएगी। सो इस केस दे विच भी ट्रेन 1 दी लेंथ ते ट्रेन 2 दी लेंथ ऐड हो जाएगी। बट वही गल कि नीचे स्पीड किमें आएगी, ये डिपेंड करता है कि दोनों ट्रेन इको डायरेक्शन च जा रही ने या दोनों अपोजिट डायरेक्शन च जा रही ने। अगर सेम डायरेक्शन च जा रही ने देन S1 माइनस S2 हो जाएगा, अगर वो अपोजिट डायरेक्शन च जा रही ने देन S1 प्लस S2 हो जाएगा। ठीक है जी। तो ये अपने 4 सिनेरियोज बनते ने। दो आपां लास्ट वीडियो च कीते सीगे, 2 सिनेरियो जिहड़े ने हुण ये कवर कीते ने। इस तो अलावा कोई भी अपना सिनेरियो नहीं बनता हैगा, यही 4 सिनेरियोज दे विचों क्वेश्चंस आंदे ने। तो आपां हुण इहदे क्वेश्चंस देखांगे। ये क्वेश्चन देखण तो पहला एक जिहड़ा ट्रेन नू कवर करदी है ओदा थोड़ी जी पिक्टोरियल रिप्रेजेंटेशन आपां देखिए तो आपां नू थोड़ा जा ज्यादा समझ आ जाएगा कि ट्रेन जो एक ट्रेन दूसरी नू क्रॉस करती है तो दोनों की जिहड़ी लेंथ हैगी है वो कवर हुंदी है। हुण ये फर्स्ट ट्रेन सीगी, इहदा लास्ट डिब्बा उरे खत्म हुंदा है, तो ये ट्रेन उदों स्टार्ट हुंदी है, ये ट्रेन ओनू क्रॉस करन लगदी है। सो जो क्रॉस करन लगदी है तो देखो अद्धा क्रॉस कर गई, देन वो पूरा क्रॉस कर गई। सो ये ट्रेन जिहड़ी सीगी इहदे पिछों उरों चली सी और ये हुण उरे पहुंच गई। तो इहदे अगर मैं इहदे ड्राइवर की गल करा ट्रेन 1 दे, सो उन्हें कितना डिस्टेंस कवर किया, इत्थों लैके पहला तो आ पूरा डिस्टेंस कवर किया। सपोज दिस इज 200 मीटर्स, जिहड़ी ओदी लेंथ हैगी है 200 मीटर है। सो पहला तो उन्हें 200 मीटर कवर किया, देन उन्हें अपनी सारी लेंथ भी कवर की। इहदा जिहड़ा लास्ट वाला डब्बा हैगा इस ट्रेन दा वो दूसरी ट्रेन दे फ्रंट ते आ गया। सो दैट मीन्स उस ड्राइवर ने कितना डिस्टेंस कवर किया, इस ट्रेन की लेंथ प्लस इस ट्रेन की लेंथ। इसी कारण करके आपां जदों भी ट्रेन्स एक दूसरे नू क्रॉस करदियां ने उस केस दे विच दोनों ट्रेन दियां लेंथ्स नू ऐड करदे आ। सो चाहे वो इस डायरेक्शन च ओवरटेक करन, चाहे वो इस डायरेक्शन च क्रॉस करन। ठीक है जी। सिर्फ स्पीड्स का फर्क आएगा। स्पीड अगर सेम डायरेक्शन च है सबट्रैक्ट हो जाएगी, अगर डिफरेंट डायरेक्शन है तो ऐड हो जाएगी। सो लेट्स मूव, आपां क्वेश्चन देखिए। ओके, सो अ ट्रेन 110 meters long running with a speed of 60 km per hour. In what time it will pass a man who is running at 6 km per hour in the direction opposite to that in which train is going? So ये अपना केड़ा सिनेरियो बनता है जी? थर्ड सिनेरियो बनता है। थर्ड सिनेरियो दे विच की सीगा तो थोड़ा रिकैप करिए उन्होंने। अपना ऑब्जेक्ट भी मूव कर रहा हैगा, ट्रेन भी मूव कर रही है एंड ऑब्जेक्ट दी लेंथ नेग्लिजिबल है। तो इस केस दे विच ऑब्जेक्ट की है मैन, तो मैन दी जिहड़ी लेंथ हैगी है वो नेग्लिजिबल हुंदी है एज कंपेयर टू ट्रेन। तो इहदे विच अपना फार्मूला किहड़ा लगेगा, इहदे विच अपना फार्मूला लगेगा टाइम इज इक्वल टू लेंथ ऑफ ट्रेन अपॉन स्पीड ऑफ ट्रेन माइनस स्पीड ऑफ मैन।
ठीक है जी। सो लेंथ ऑफ ट्रेन तो अपने को हैगी है 110 मीटर, कोई इशू नहीं है, इथे 110 मीटर आ जाएगा। प्रॉब्लम ਇਹ ਵੀ ਹੈਗੀ ਹੈ, ਹੁਣ ਇਸ ਕੇਸ ਦੇ ਵਿੱਚ ਕੀ ਹੈਗਾ, ਦੋਨੋਂ ਆਪਾਂ ਨੂੰ ਕਿਲੋਮੀਟਰ ਪਰ ਆਵਰ ਦੇ ਵਿੱਚ ਦਿੱਤਾ ਹੋਇਆ ਹੈ। ਸੋ ਆਪਾਂ ਨੇ ਕੱਲੇ ਨੂੰ ਨਹੀਂ ਸੋਲਵ ਕਰਨਾ, ਐਦਾਂ ਨਹੀਂ ਹੈਗਾ ਪਹਿਲਾਂ ਇਹਦਾ ਮੀਟਰ ਪਰ ਸੈਕਿੰਡ ਕੱਢੋ ਫਿਰ ਇਹਦਾ ਮੀਟਰ ਪਰ ਸੈਕਿੰਡ ਕੱਢੋ, ਐਦਾਂ ਨਹੀਂ ਕਰਨਾ। ਆਪਾਂ ਪਹਿਲਾਂ ਇਹ ਦੇਖੀਏ ਕਿ ਉਹ ਸਬਟ੍ਰੈਕਟ ਹੋ ਰਹੀਆਂ ਕਿ ਐਡ ਹੋ ਰਹੀਆਂ ਨੇ। ਹੁਣ ਉਹ ਕੀ ਕਹਿ ਰਿਹਾ ਹੈਗਾ, ਆਪੋਜ਼ਿਟ ਡਾਇਰੈਕਸ਼ਨ, ਸੋ ਦੈਟ ਮੀਨਸ ਇਹ ਦੋਨੋਂ ਐਡ ਹੋਣਗੇ। ਇੱਕ ਇੱਧਰ ਨੂੰ ਜਾ ਰਿਹਾ ਹੈਗਾ, ਇੱਕ ਇੱਧਰ ਨੂੰ ਜਾ ਰਿਹਾ ਹੈਗਾ, दोनों अपोजिट डायरेक्शन से दोनों ऐड होंगे। सो दिस इज 66 किलोमीटर पर आवर, बट इनू अपन चेंज करना पड़ेगा मीटर पर सेकंड। सो मल्टीप्लाई इट बाय 5/18, सो ये अपना कितना आ गया 55/3 मीटर्स पर सेकंड। सो हुणे नु वैल्यू पुट कर दो। सो 110 अपॉन 55/3 ਜੇ ਆਪਾਂ ਕਰਦੇ ਆ, ਸੋ ਆਪਣਾ ਕਿੰਨਾ ਆ ਗਿਆ 6 ਸੈਕਿੰਡ। ਸੋ ਆਪਸ਼ਨ 2 ਇਜ਼ ਦਾ ਆਨਸਰ। ਹੁਣ ਇੱਥੇ ਜਿਹੜੀ ਗਲਤੀ ਹੁੰਦੀ ਹੈ ਉਹ ਕੀ ਹੁੰਦੀ ਹੈਗੀ ਹੈ, ਸਟੂਡੈਂਟ ਜਲਦੀ ਚ ਕੀ ਕਰਦੇ ਨੇ, ਇਹਨੂੰ ਐਡ ਕਰਨ ਦੀ ਬਜਾਏ ਸਬਟ੍ਰੈਕਟ ਕਰ ਦਿੰਦੇ ਨੇ। 60 ਦੇ ਵਿੱਚੋਂ 6 ਨੂੰ ਸਬਟ੍ਰੈਕਟ ਕਰਤਾ, ਕਿੰਨਾ ਆ ਗਿਆ ਤੁਹਾਡੇ ਕੋਲ 54। ਸੋ 54 ਨੂੰ ਜਦੋਂ 5/18 ਕਰਾਂਗੇ, ਸੋ ਇਹ ਜਿਹੜਾ ਹੈਗਾ 15 15 आ गया। तो स्टूडेंट ये देखेगा भी ये पूरा सही आंसर आ रहा है, तो हो सकता है ठीक होए। तो ये नॉर्मल एक मानसिकता होंदी है ये स्टूडेंट दी, जो ਆਪਾਂ स्टूडेंट पेपर दे रहा ਹੁੰਦਾ, थोड़ा स्ट्रेस ਹੁੰਦਾ है, तो एक गलती ना करियो, आराम नाल देखियो कि वो अपोजिट डायरेक्शन है कि सेम डायरेक्शन। ठीक है जी, अपोजिट मतलब एक दूसरे दे ऐदा, एक इधरों आ रहा है एक ऐदा, सेम मतलब ऐदा। सेम दे विच सबट्रैक्ट होएगी, अपोजिट ऐड होगी। ठीक है जी, आई होप ये एग्जांपल क्लियर हैगी है। लेट्स मूव ऑन टू अनदर एग्जांपल। हुन इस एग्जांपल दे विच की हैगा, इस एग्जांपल दे विच अपने कोल फोर्थ सिनेरियो कवर हुंदा हैगा जी। फोर्थ सिनेरियो की कहता हैगा कि अपनी ट्रेन चल रही है, दूसरा ऑब्जेक्ट भी चल रहा है एंड दूसरे ऑब्जेक्ट दी वी लेंथ है। वो अपने को इको केस बनता है, वो की केस बनता हैगा जी, जिस केस दे विच दूसरी भी ट्रेन हो गई। सो सेम पूरे आप चल रहे हैं जी। टाइम इज इक्वल टू लेंथ ऑफ फर्स्ट ट्रेन, लेंथ ऑफ सेकंड ट्रेन अपॉन स्पीड ऑफ 1 माइनस स्पीड ऑफ 2। उन्हें ये देख लो कि ये अपोजिट डायरेक्शन है तो ऐड होगी। अपोजिट मींस ऐड, सेम मींस सबट्रैक्ट। बस ਹੁਣ अपना दूसरा काम की रह जाता हैगा, स्पीड्स ਨੂੰ चेंज करना। दोनों की लेंथ दी हुई है, आप पहला तो ये देखिए 270 मीटर, एक दी लेंथ चलो दी हुई है, दूसरी की लेंथ कितनी है नहीं दी हुई, दूसरी की लेंथ आपने फाइंड आउट करनी है। सो लेंथ ऑफ 2 लिख दो। स्पीड ऑफ 1 प्लस स्पीड ऑफ 2, एक हैगी है 120, दूसरी हैगी है 80। बट आप सीधा 200 नहीं लिख सकते, क्यों नहीं लिख सकते, क्योंकि 200 का जिहड़ा हैगा किलोमीटर पर आवर हैगा। सो इनू मल्टीप्लाई करो 5/18 दे नाल, तो ये कितना हो जाएगा जी अपना 2 × 9, तो 500/9, 500 डिवाइडेड बाय 9 मीटर पर सेकंड। तो वो इथे पुट कर दो। इस साइड दे उत्ते की अपने कोल 9 सेकंड्स। सो इथे कितना रहेगा अपने को 500/9। अगेन उन इनू सॉल्व करो, इनू सॉल्व किवें करांगे, 500/9 आप इधर ले आवांगे, तो ये 500/9 हो गया जी। सो 500 माइनस 270, दैट इज 230 मीटर। ये अपनी की आ गई जी दूसरी ट्रेन की लेंथ। सो आई होप कि जेडे अपने 4 सिनेरियोज हैगे ने वो ਇਹਦੇ ਵਿੱਚ कवर हो जाते ने। सारी आप एग्जांपल्स कर लिया ਤੇ ਤੁਹਾਨੂੰ ਜਿਹੜਾ ਹੈਗਾ ਇਹ ਸਿਨੈਰੀਓਜ਼ ਵੀ ਕਲੀਅਰ ਹੋ ਗਏ। ਇਹ ਚਾਰੋਂ ਸਿਨੈਰੀਓਜ਼ ਤੋਂ ਬਾਹਰ ਇਸ ਚੈਪਟਰ ਦੇ ਵਿੱਚ ਕੁਐਸਚਨ ਨਹੀਂ ਆਂਦਾ, ਜਸਟ ਉਹ ਮੈਨੀਪੂਲੇਟ ਕਰ ਸਕਦੇ ਨੇ ਚੀਜ਼ਾਂ ਨੂੰ। कोई वैल्यूज चेंज करती उन्होंने, वैल्यूज कोई किलोमीटर पर आवर च देती, कोई मीटर पर सेकंड च देती, तो उत्थे सिर्फ तुहानू ध्यान रखना पड़ेगा। अदरवाइज सिनेरियो सारे यही ने,
ਇਸ ਤੋਂ ਇਲਾਵਾ ਟ੍ਰੇਨਸ ਵਾਲੇ ਚੈਪਟਰ ਦੇ ਵਿੱਚ ਕੋਈ ਵੀ ਹੋਰ ਸਿਨੈਰੀਓ ਨਹੀਂ ਬਣਦਾ ਹੈਗਾ। ਬਾਰ-ਬਾਰ ਦੇਖਿਓ ਵੀਡੀਓਜ਼ ਨੂੰ, ਤੁਸੀਂ ਜਿਹੜਾ ਹੈਗਾ ਕੁਐਸਚਨਸ ਟਰਾਈ ਕਰਿਓ। ਇਹਦੇ ਵਿੱਚ ਐਗਜ਼ਾਮਪਲ ਜਸਟ ਆਪਾਂ ਨੇ ਸਿਨੈਰੀਓ ਕਵਰ ਕਰਨ ਦੇ ਲਈ ਕੀਤੀਆਂ ਨੇ, ਬਟ ਤੁਸੀਂ ਜਿਹੜਾ ਹੈਗਾ ਪੀਡੀਐਫਸ ਮੰਗਵਾ ਸਕਦੇ ਹੈਗੇ ਹੋ। ਕੰਟੈਕਟ ਨੰਬਰ ਦਿੱਤਾ ਹੋਇਆ, ਕੰਟੈਕਟ ਕਰਕੇ ਤੁਸੀਂ ਜਿਹੜਾ ਹੈਗਾ ਪੀਡੀਐਫਸ ਜਾਂ ਟੈਸਟ ਪੇਪਰਸ ਜਾਂ ਤੁਸੀਂ ਜਿਹੜਾ ਹੈਗਾ ਪ੍ਰੈਕਟਿਸ ਪੇਪਰਸ ਮੰਗਵਾ ਸਕਦੇ ਹੋ। ਬਾਕੀ ਤੁਹਾਡੇ ਕੋਲ ਹੋਰ ਵੀ ਸੋਰਸਸ ਨੇ, ਤੁਸੀਂ ਜਿਹੜਾ ਹੈਗਾ ਪ੍ਰੈਕਟਿਸ ਕਰ ਸਕਦੇ ਹੋ ਜ਼ਿਆਦਾ ਤੋਂ ਜ਼ਿਆਦਾ। ਕੁਐਸਚਨਸ ਕਰੋ, ਕੋਈ ਡਾਊਟ ਆਉਂਦੇ ਆ ਸਾਨੂੰ ਜਿਹੜਾ ਹੈਗਾ ਕਮੈਂਟਸ ਦੇ ਵਿੱਚ ਭੇਜੋ ਤੇ ਆਪਾਂ ਉਹਨਾਂ ਨੂੰ ਤੁਹਾਡੇ ਕਲੀਅਰ ਕਰਾਂਗੇ। ਓਕੇ ਜੀ, ਸੋ ਥੈਂਕ ਯੂ ਵੈਰੀ ਮਚ।